सतगुर माहे समाना एह बाणी जो जियो जाने तिस अंतर रवे हर नाम बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारे बाणी बिरलो विचार सी जे को गुरमुख होए एह बाणी महापुरख की निज घर वासा होए सुख हो टल गुर सेविय अहनस सहज सुभाए दर्शन परसिय गुरु के जन्म मरण दुख जाए। सतनाम श्री वाहिगुरु साहिब जी। संतो मन पवन सुख बनया किश जोग परापत गनया। संतो मन पवन सुख बनया किश जोग परापत गनया। रहाओ गुर दिखलाई मोरी जित मिर्ग पड़त है चोरी। मूंद लिए दरवाजे बाजियले अनहद बाजे। कुंभ कमल जल भरिया जल मेटिया ऊबा करया। कहो कबीर जन जानिया जो जानिया तो मन मानिया। कुंभ कमल जल भरिया जल मेटिया ऊबा करया। कहो कबीर जन जानिया जो जानिया तो मन मानिया। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी वडभागे हो जो चौथे पातशाह धन धन रामदास गुर जिन सिरिया तिने सवारिया
पूरी होई करामात आप सिरजणहारे धारिया सिੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਇਨ੍ਹਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸਨਾ ਕੀਤੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਸਾਨੂੰ ਹਰੀ ਦੇ ਮੰਦਰ ਵਿੱਚੋਂ ਪਾਵਨ ਦਰਬਾਰ ਸਾਹਿਬ ਦੇ ਵਿੱਚੋਂ ਰੱਬ ਦੇ ਘਰੋਂ ਪੋਥੀ ਪਰਮੇਸ਼ਰ ਕਾ ਥਾਨ ਅੱਜ ਆਵਾਜ਼ਾ ਪ੍ਰਾਪਤ ਹੋਇਆ ਹੈ। ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਇਸ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਰਾਗ ਸੋਰਠ ਹੈ, ਬਾਣੀ ਭਗਤ ਕਬੀਰ ਜੀ ਕੀ, अंग है 656। धर्म धर्मियां दा ही विषा है। एक गल सानू समझाई गई, दसी गई और ये भी आख्या गया कि जिथे बोलन हारी है तिथे चंगी चुप। संत मिले किस सुनिए कहिए, मिले असंत मस्ट कर रही है। आप जी ने वेख्या होएगा पिंडां थावां विच हुण ते चलो बड़े सारे साधन आ गए, नहीं तो कई मेरे वर्गे हुंदे सी जिन्हां नूं रात रोटी खा के हजम नहीं सी हुंदी। एवें गली च निकल के अमका सिया जागदा है, मतलब हुंदा सी थोड़ा जिहा ढिड्डी फरोल लईए, नींद सौखी आ जाएगी। गल करनी ये धरती दा धर्म है। जब लग दुनिया रही है नानक, किछ सुनी है किछ कही है, पर की सुनना है की कहना है ये अकलमंदी है। ये गल अकल दा विषा है। ये जिहड़े दानसमंद लोग ने एक उन्हां दे हिस्से विच आया है, नहीं तो बोलत बोलत बड़े बेकारा। लम्हों ने खता की सदियों ने सजा पाई, दो अखर द्रौपदी दे महाभारत बन गई, दो अखर एक धोबी दे सीता जी वर्गी एक सवित्री इस्त्री नूं अग्नि परीक्षा देनी पै गई। नहीं तो धोबी की स्टेटस है, उहदा की पद्धति सी उस बंदे दी।
ਅੱਜ ਸੰਸਾਰ ਦੀ ਤੋਂ ਲੈ ਕੇ ਮੇਰੇ ਤੱਕ ਜਾਂ ਮੇਰੇ ਪੰਥ ਦੀ ਮੇਰੀ ਕੌਮੀ ਦਸ਼ਾ ਜਿਹੜੀ ਹੈ ਇਹ ਸਾਰੀ ਬੋਲਣ ਵਾਲਿਆਂ ਤੇ ਹੀ ਇੱਥੋਂ ਤੱਕ ਆ ਗਈ ਹੈ। ਕੋਈ ਰੁਕਦਾ ਹੀ ਨਹੀਂ ਬੋਲਣੋਂ। ਪ੍ਰਿੰਸੀਪਲ ਹਰਭਜਨ ਸਿੰਘ ਹੋਰੀ ਕਹਿੰਦੇ ਹੁੰਦੇ ਸੀ, ਇਹ ਗੱਲ ਉਹਨਾਂ ਨੇ ਪਾਠ ਬੋਧ ਸਮਾਗਮ ਵਿੱਚ ਵੀ ਸੁਣਾਈ। ਸ਼ਾਇਦ ਉਹ ਕੋਈ ਪਾਕਿਸਤਾਨ ਦਾ ਡਰਾਮਾ ਵੇਖਦੇ ਸੀ। ਇਹ ਗੱਲਾਂ 91-92 ਦੀਆਂ ਨੇ, 30 ਸਾਲ ਪੁਰਾਣੀਆਂ। ਉਸ ਡਰਾਮੇ ਦੇ ਵਿੱਚ ਇੱਕ ਕਰੈਕਟਰ ਸੀ ਨੌਕਰ ਦਾ, ਕਿ ਜਦੋਂ ਘਰਦਿਆਂ ਨੇ ਗੱਲ ਕਰਨੀ ਤੇ ਉਹਨੇ ਵਿੱਚ ਟਪਕ ਪੈਣਾ ਤੇ ਘਰਦਿਆਂ ਨੇ ਕਹਿਣਾ ਵੀ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਬੋਲਿਆ ਕਰ। ਉਹਨੇ ਕਹਿਣਾ ਜੀ ਠੀਕ ਹੈ। ਪਰ ਜਦੋਂ ਫਿਰ ਪ੍ਰਾਹੁਣੇ ਆਉਣੇ, ਫਿਰ 4 ਬੰਦੇ ਬਹਿਣੇ, ਉਹਨਾਂ ਗੱਲਾਂ ਕਰਨੀਆਂ, ਇਹਨੇ ਫਿਰ ਟਪਕ ਪੈਣਾ, ਫਿਰ ਬੋਲਣਾ। ਤੇ ਉਹਨਾਂ ਨੇ ਕਹਿਣਾ ਉਹ ਤੈਨੂੰ ਕਿਹਾ ਸੀ ਨਾ ਬੋਲਿਆ ਕਰ। ਤੇ ਉਹਦਾ ਜਿਹੜਾ ਉਹ ਤਕੀਆ ਕਲਾਮ ਸੀ, ਉਹਨੇ ਉਹ ਜਿਹੜਾ ਉਹ ਟੀਵੀ ਸੀਰੀਅਲ ਸੀ ਉਹ ਫੇਮਸ ਕਰ ਦਿੱਤਾ, ਮਸ਼ਹੂਰ ਕਰ ਦਿੱਤਾ। ਉਹ ਇੱਕ ਸ਼ਬਦ ਬੋਲਦਾ ਸੀ, ਸਭ ਗੱਲ ਕਰਨ 'ਚ ਕੀ ਹਰਜ ਹੈ। ਹੁਣ ਇਹ ਜਿਹੜੀ ਸਭ ਗੱਲ ਕਰਨ 'ਚ ਕੀ ਹਰਜ ਹੈ, ਇਹਨਾਂ ਗੱਲਾਂ ਨੇ ਤੇ ਸਾਰਾ ਕੁਝ ਵਿਗਾੜ ਪਾ ਦਿੱਤਾ। ਦੇਖੋ ਸਿਆਣਾ ਤੇ ਬੋਲੇ, ਕਹਿੰਦੇ ਨਾ ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਛਾਨਣੀ ਵੀ ਬੋਲੀ ਤੁਰੀ ਆਉਂਦੀ ਹੈ। ਸਾਨੂੰ ਨਹੀਂ ਸਮਝ ਆ ਰਹੀ। ਮੈਨੂੰ ਆਪਣੀ ਜਿੰਨੀ ਕੁ ਜ਼ਿੰਦਗੀ ਸੱਚੇ ਪਾਤਸ਼ਾਹ ਨੇ ਦਿੱਤੀ, ਮੈਨੂੰ ਸਮਝ ਆਈ ਹੈ ਕਿ ਬੰਦਿਆ ਜੇ ਤੂੰ ਆਪਣੇ ਮੂੰਹ ਤੇ ਕੰਟਰੋਲ ਕਰ ਲਵੇਂ ਨਾ, ਖਾਣ ਤੇ ਕਰ ਲਵੇਂ ਤਾਂ ਸਿਹਤ ਠੀਕ ਹੋ ਸਕਦੀ ਹੈ, ਤੇ ਜੇ ਬੋਲਣ ਤੇ ਕਰ ਲਵੇਂ ਤੇ ਇੱਜ਼ਤ ਵੀ ਠੀਕ ਹੋ ਸਕਦੀ ਹੈ। ਬਹੁਤੀ ਵਾਰੀ ਬੇਇੱਜ਼ਤੀ ਪੈਸਿਆਂ ਕਰਕੇ ਨਹੀਂ ਹੁੰਦੀ, ਪਾਟੇ ਕੱਪੜਿਆਂ ਕਰਕੇ ਨਹੀਂ ਹੁੰਦੀ। ਬੋਲਣ ਕਰਕੇ ਹੁੰਦੀ ਹੈ। ਮੂਰਖ ਗੰਢ ਪਵੈ ਮੂੰਹ ਮਾਰ, ਇਹ ਸੱਚੇ ਪਾਤਸ਼ਾਹ ਦੀ ਬਾਣੀ ਦੇ ਫੈਸਲੇ ਨੇ। ਹੁਣ ਤੁਸੀਂ ਕਹੋ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਮੰਨਦੇ ਨਹੀਂ ਹੋ, ਵਰਤਦੇ ਹੋ ਤੁਸੀਂ। ਇਹ ਵੀ ਇੱਕ ਸ਼ੇਖੀ ਹੈ। ਅਸੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਘਰੇ ਰੱਖਿਆ ਹੋਇਆ ਹੈ, ਤੇ ਘਰੇ ਤੇ ਤੁਹਾਡਾ ਬਜ਼ੁਰਗ ਵੀ ਹੈਗਾ ਸੀ। ਜਿਸ ਗਤੀ ਉਹ ਮਰਿਆ ਵਿਚਾਰਾ, ਉਹ ਗੁਆਂਢੀਆਂ ਨੂੰ ਵੀ ਪਤਾ ਹੈ ਵੀ ਮਾਂ ਪਿਓ ਤੇ ਰੱਖ ਨਹੀਂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ। ਇਹ ਗੱਲਾਂ ਜਿਹੜੀਆਂ ਨੇ ਇਹ ਸਾਰਥਕ ਨਹੀਂ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤਾਂ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੰਨਦੇ ਹੋ। ਜੇ ਮੰਨਦੇ ਹੋ ਤੇ ਕੀ ਆ ਜਿੰਨੀਆਂ ਕੁ 2-4 ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਕੀ ਕਦੇ ਇਹਨਾਂ ਗੱਲਾਂ ਤੇ ਆਪਾਂ ਅਮਲ ਕੀਤਾ ਕਿ ਹਰ ਥਾਂ ਤੇ ਬੋਲਣਾ ਜ਼ਰੂਰੀ ਹੈ, ਹਰ ਬੰਦੇ ਨਾਲ ਬੋਲਣਾ ਜ਼ਰੂਰੀ ਹੈ, ਹਰ ਗੱਲ ਤੇ ਬਿਆਨ ਦੇਣਾ ਜ਼ਰੂਰੀ ਹੈ। ਵੇਖੋ ਜਿਹੜੀ ਗੁਰਮਤ ਹੈ, ਨਾਮ ਬੋਲਣਾ ਇਹ ਧਰਤੀ ਦਾ ਧਰਮ ਨਹੀਂ ਹੈ, ਬੋਲਣਾ ਹੈ। ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ। ਤੁਹਾਡੀ ਚੁੱਪ ਵੀ ਜਿਹੜੀ ਹੈ ਉਹ ਗੁਨਾਹਗਾਰਾਂ ਨੂੰ ਸ਼ਹਿ ਦੇ ਸਕਦੀ ਹੈ। ਤੁਹਾਡੀ ਚੁੱਪ ਵੀ ਜਿਹੜੀ ਹੈ ਉਹ ਕਪੱਤੇ ਆਦਮੀ ਨੂੰ ਉਤਸ਼ਾਹਿਤ ਕਰ ਸਕਦੀ ਹੈ। ਪਰ ਦੁੱਖ ਇਸ ਗੱਲ ਦਾ ਵੀ ਸਾਡੇ ਬਜ਼ੁਰਗਾਂ ਨੂੰ ਵੀ ਪਤਾ ਸੀ, ਅਨਪੜ੍ਹ ਸੀ, ਮੂਰਖ ਨਹੀਂ ਸਨ। ਉਹ ਕਹਿੰਦੇ ਹੁੰਦੇ ਸੀ ਜਿਹੜਾ ਬਹੁਤਾ ਬੋਲਦਾ ਹੈ ਉਹ ਕਪੱਤਾ ਹੈ। ਅੱਜ ਅਸੀਂ ਪੜ੍ਹੇ ਲਿਖੇ ਪਤਾ ਕੀ ਕਹਿੰਦੇ ਆ, ਜਿਹੜਾ ਬਹੁਤਾ ਬੋਲਦਾ ਉਹ ਸੱਚਾ ਹੈ। ਕਿੱਡੇ ਮੂਰਖ ਹੋ ਗਏ ਅਸੀਂ ਪੜ੍ਹੇ ਲਿਖੇ ਮੂਰਖ ਹਾਂ। ਸਾਡੇ ਅਨਪੜ੍ਹ ਬਜ਼ੁਰਗ ਕਹਿੰਦੇ ਸੀ ਜਿਹੜਾ ਬਹੁਤਾ ਬੋਲੇ ਉਹ ਕਪੱਤਾ ਹੈ। ਅਸੀਂ ਪੜ੍ਹੇ ਲਿਖੇ ਕਹਿੰਦੇ ਜਿਹੜਾ ਬਹੁਤਾ ਬੋਲੇ ਉਹ ਸੱਚਾ ਹੈ। ਨਹੀਂ, ਬਹੁਤਾ ਬੋਲਣ ਵਾਲਾ ਸੱਚਾ ਨਹੀਂ ਹੋ ਸਕਦਾ, ਕਪੱਤਾ ਹੀ ਹੈ। ਅੱਜ ਵੀ ਕਪੱਤਾ ਹੈ, ਪਹਿਲਾਂ ਵੀ ਕਪੱਤਾ ਹੀ ਸੀ। ਸੱਚ ਨੂੰ 10 ਵਾਰੀ ਬੋਲਣ ਦੀ ਲੋੜ ਨਹੀਂ।
ਉਹ ਸਿਆਣੇ ਕਹਿੰਦੇ ਨੇ ਝੂਠ ਨੂੰ ਹੀ ਇੰਨੇ ਵਾਰੀ ਬੋਲੋ ਕਿ ਅਗਲਾ ਸੱਚ ਸਮਝ ਲਵੇ। ਅੱਜ ਇਸ ਤਰੀਕੇ ਤੇ ਥਿਊਰੀ ਤੇ ਦੁਨੀਆ ਤੁਰ ਰਹੀ ਹੈ। ਅੱਜ ਦਾ ਸ਼ਬਦ ਕੀ ਹੈ? ਸੰਤੋ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਇਹ ਵਿਸ਼ਾ, ਅੱਜ ਦੀ ਜਿਹੜੀ ਗੱਲਬਾਤ ਹੈ, ਇਹ ਦੁਨੀਆਦਾਰਾਂ ਨਾਲ ਕਰਨ ਵਾਲੀ ਨਹੀਂ ਹੈ। ਸੰਤ ਕੌਣ ਹੈ? ਹੁਣ ਅਸੀਂ ਸੰਤ ਦੇ ਅਰਥ ਇਹ ਕੀਤੇ ਨੇ ਵੀ ਜਿਹੜਾ ਬਿਲਕੁਲ ਰੱਬ ਦੇ ਕੋਲ ਚਲਾ ਗਿਆ। ਸੰਤ ਦੇ ਅਰਥ ਗੁਰੂ ਵੀ ਨੇ। ਸੰਤ ਦੇ ਅਰਥ ਪੁੱਗਿਆ ਹੋਇਆ ਵੀ ਨੇ, ਤੇ ਸੰਤ ਦੇ ਅਰਥ ਜਿਨ੍ਹਾਂ ਅਰਥਾਂ ਵਿੱਚ ਅੱਜ ਤੁਸੀਂ ਸਾਰੇ ਬੈਠੇ ਹੋ। ਅੱਜ ਸਵੇਰੇ ਤੁਸੀਂ ਦਰਬਾਰ ਸਾਹਿਬ ਆਏ, ਇਹ ਸੰਤ ਦਾ ਕਰਮ ਹੈ। ਜੇ ਤੁਸੀਂ ਸਿਹਤ ਪ੍ਰਤੀ ਸੁਚੇਤ ਹੁੰਦੇ ਤੇ ਕਿਸੇ ਪਾਰਕ 'ਚ ਜਾਂਦੇ, ਮਾਇਆ ਦੇ ਨਾਲ ਜ਼ਿਆਦਾ ਪ੍ਰਵਿਰਤ ਹੁੰਦੇ ਤੇ ਸਵੇਰੇ ਹੀ ਉੱਠ ਕੇ ਕੰਮ ਤੇ ਚਲੇ ਜਾਂਦੇ। ਤੁਸੀਂ ਇੱਥੇ ਆਏ ਹੋ, ਇਸ਼ਨਾਨ ਕੀਤਾ ਹੈ, ਪਾਠ ਕੀਤਾ ਹੈ, ਦਰਸ਼ਨ ਕੀਤੇ ਨੇ, ਲੋਕਾਂ ਦੇ ਪਰੌਂਠੇ ਖਾਣ ਦਾ ਵੇਲਾ ਹੈ, ਤੁਸੀਂ ਚੌਂਕੜੀ ਮਾਰ ਕੇ ਕਥਾ ਸੁਣ ਲਈ ਬੈਠੇ ਹੋ। ਇਹ ਸਾਰੇ ਸੰਤਾਂ ਦੇ ਕਰਮ ਨੇ। ਗਲਤ ਹੈ। ਅਸੀਂ ਜਦੋਂ ਵੀ ਕਹਿੰਦੇ ਆ ਨਹੀਂ ਜੀ ਅਸੀਂ ਤਾਂ ਗ੍ਰਸਤੀ ਆ, ਨਾ, ਇਹ ਨਾ ਕਿਆ ਕਰੋ। ਤੁਸੀਂ ਗ੍ਰਸਤੀ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਅਨੁਯਾਈ ਹੋ। ਗ੍ਰਸਤੀ ਸਾਰੇ ਧਰਮਾਂ ਦੇ ਵਿੱਚੋਂ ਜਿਹੜਾ ਪ੍ਰਧਾਨ ਧਰਮ ਹੈ ਉਹਦਾ ਪੈਰੋਕਾਰ ਹੈ। ਨਾ ਗ੍ਰਸਤੀ ਭੁੱਖੇ ਨੂੰ ਕਹਿੰਦੇ ਨੇ, ਨਾ ਗ੍ਰਸਤੀ ਨੰਗੇ ਨੂੰ ਕਹਿੰਦੇ ਨੇ। ਗ੍ਰਸਤੀ ਉਹ ਹੈ ਜਿਹਦੇ ਘਰੋਂ ਰਾਹਗੀਰ ਮੁਸਾਫਰ ਨੂੰ ਮੰਜਾ ਬਿਸਤਰਾ ਮਿਲਦਾ ਹੈ, ਜਿਹਦੇ ਘਰੋਂ ਭੁੱਖੇ ਨੂੰ ਰੋਟੀ ਮਿਲਦੀ ਹੈ, ਨੰਗੇ ਨੂੰ ਕੱਪੜੇ ਮਿਲਦੇ ਨੇ, ਗਰੀਬ ਨੂੰ ਪੈਸੇ ਮਿਲਦੇ ਨੇ। ਗ੍ਰਸਤੀ ਉਹਨੂੰ ਕਹਿੰਦੇ ਨੇ। ਗ੍ਰਸਤੀ ਹੋਣਾ ਗੁਨਾਹਗਾਰ ਹੋਣਾ ਨਹੀਂ ਹੈ। ਗੁਰੂ ਨਾਨਕ ਦਾ ਮਹਾਨ ਸਿੱਖ ਹੋਣਾ ਹੈ। ਇਹਦਾ ਹੰਕਾਰ ਵੀ ਨਹੀਂ ਕਰਨਾ। ਪਰ ਉਹ ਜਿਹੜਾ ਪੱਖ ਅਸੀਂ ਸੋਚ ਲਿਆ ਵੀ ਨਹੀਂ ਅਸੀਂ ਤਾਂ ਗ੍ਰਸਤੀ ਆ, ਇਹੋ ਹੀ ਕਾਰਨ ਕਿ ਪੂਰ ਤਾਪ ਗੇਰੂ ਕੇ ਬਸਤਰਾ ਆਪਦਾ ਕਾ ਮਾਰਿਆ ਗਰੇ ਤੇ ਨਸਤਾ ਦੇਸ਼ ਛੋੜ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ। ਉਹ ਤੁਹਾਡੇ ਸਿਰ ਤੇ ਬਹਿ ਗਿਆ ਆ ਕੇ। ਜਿਹੜਾ ਧੀਆਂ ਵਿਆਹੁਣ ਜੋਗਾ ਨਹੀਂ ਸੀ, ਘਰ ਨੂੰ ਲਿਆਉਣ ਜੋਗਾ ਨਹੀਂ ਸੀ, ਬੱਚੇ ਪਾਲਣ ਜੋਗਾ ਨਹੀਂ ਸੀ, ਉਹ ਤੁਹਾਡੇ ਸਿਰ ਤੇ ਬਹਿ ਗਿਆ। ਤੁਸੀਂ ਉਹਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਪੁੱਛੋ ਨਾ ਆਪਣੇ ਗੁਰੂ ਨੂੰ, ਆਪਣੇ ਗੁਰੂ ਨਾਲ ਗੱਲਾਂ ਕਰੋ। ਪੁੱਛੋ ਭਾਈ ਗੁਰਦਾਸ ਜੀ ਨੂੰ, ਜਿਨ੍ਹਾਂ ਨੇ ਸਿੱਖੀ ਸਮਝੀ ਹੈ। ਉਹ ਕਹਿੰਦੇ ਨੇ ਭਾਈ ਤੁਹਾਡਾ ਗੁਰੂ ਕਹਿੰਦਾ ਸੀ ਹੋਏ ਅਤੀਤ ਗ੍ਰਸਤ ਤਜ, ਫਿਰ ਉਨਕੇ ਘਰ ਮੰਗਣ ਜਾਈ। ਲੱਜਾ ਹੋਣੀ ਚਾਹੀਦੀ ਹੈ ਤੁਹਾਨੂੰ। ਆਪਣਾ ਘਰ ਤੇ ਛੱਡਤਾ ਤੇ ਲੋਕਾਂ ਦੇ ਘਰੋਂ ਰੋਟੀਆਂ ਮੰਗਦੇ ਫਿਰਦੇ ਹੋ ਤੁਸੀਂ। ਜਿਨ੍ਹਾਂ ਦੇ ਘਰ ਰੋਟੀ ਮੰਗਣ ਆਏ ਹੋ ਉਹਨਾਂ ਦਾ ਘਰ ਵੀ ਤੁਹਾਡੇ ਘਰ ਵਰਗਾ ਹੀ ਹੈ। ਉੱਥੇ ਵੀ ਇੱਕ ਮਾਤਾ ਪਤਨੀ ਦੇ ਰੂਪ ਵਿੱਚ ਰਹਿੰਦੀ ਹੈ, ਕੋਈ ਬੱਚੀ ਧੀ ਦੇ ਰੂਪ ਵਿੱਚ ਹੈ, ਕੋਈ ਬੱਚੀ ਨੂੰਹ ਦੇ ਰੂਪ ਵਿੱਚ ਹੈ। ਮਤਲਬ ਤੁਹਾਡਾ ਘਰ ਸੀ ਤੇ ਉਹ ਗਲਤ ਸੀ, ਲੋਕਾਂ ਦਾ ਘਰ ਹੈ ਤੇ ਉਹ ਠੀਕ ਹੈ। ਉੱਥੋਂ ਤੁਸੀਂ ਆਟਾ ਮੰਗਦੇ ਫਿਰਦੇ ਹੋ, ਤੁਸੀਂ ਰੋਟੀਆਂ ਮੰਗਦੇ ਫਿਰਦੇ ਹੋ ਤੁਸੀਂ ਭਾਈ। ਸੰਤ ਕਾ ਮਾਰਗ ਧਰਮ ਕੀ ਪੌੜੀ। ਸੰਤ ਦਾ ਰਸਤਾ ਧਰਮ ਦਾ ਰਸਤਾ ਹੈ। ਅੱਜ ਸਵੇਰ ਤੋਂ ਤੁਸੀਂ ਧਰਮ ਦੇ ਰਸਤੇ ਤੇ ਤੁਰੇ ਹੋ, ਤੁਸੀਂ ਸੰਤ ਹੋ। ਇਹ ਗੱਲ ਸਾਨੂੰ ਕਿਵੇਂ ਸਮਝ ਆਏਗੀ? ਇਨਸਾਨ ਤੂੰ ਆਪਣੇ ਆਪ ਕਰਕੇ ਕੁਝ ਵੀ ਨਹੀਂ ਹੈ। ਇਹ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਗੱਡੀ ਚਲਾਓਗੇ ਲੋਕ ਡਰਾਈਵਰ ਕਹਿਣਗੇ,
ਫੌਜ ਵਿੱਚ ਜਾਓਗੇ ਲੋਕ ਤੁਹਾਨੂੰ ਫੌਜੀ ਕਹਿਣਗੇ, ਵਿਦੇਸ਼ ਜਾਓਗੇ ਲੋਕ ਤੁਹਾਨੂੰ ਫੋਰਨਰ ਕਹਿਣਗੇ। ਹੁਣ ਸਵੇਰੇ ਘਰੋਂ ਗੜਵੀ ਪਾਣੀ ਦੀ ਲੈ ਕੇ ਕੋਈ ਸਰੀਰਕ ਕਿਰਿਆ ਕਰਨ ਜਾਓ ਤੇ ਲੋਕ ਤੁਹਾਨੂੰ ਕਹਿਣ ਫੋਰਨਰ। ਇਦਾਂ ਥੋੜਾ ਹੁੰਦਾ ਹੈ ਕੋਈ ਵੀ ਫੋਰਨਰ ਹੋ ਗਏ ਸਿਹਤ ਦੀ ਕੋਈ ਸਰੀਰਕ ਕਿਰਿਆ ਕਰਨ ਖੇਤਾਂ ਵਿੱਚ ਗਏ ਤੇ ਫੋਰਨਰ ਹੋ ਗਏ ਆਪਾਂ। ਇਦਾਂ ਫੋਰਨਰ ਨਹੀਂ ਹੁੰਦੇ। ਕਰਮ ਕਰੋਗੇ ਤਾਂ ਹੋ ਜਾਓਗੇ। ਸਾਡੇ ਬਜ਼ੁਰਗ ਹਰ ਬੱਚੇ ਨੂੰ ਨਹੀਂ ਸੀ ਕਹਿੰਦੇ, ਪਰ ਜਿਹੜਾ ਕਿਤਾਬਾਂ ਚੁੱਕ ਕੇ ਤੁਰਿਆ ਫਿਰਦਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਉਹ ਪੜ੍ਹਿਆ ਕਦੇ ਸਾਡੇ ਕੋਲ ਵੀ ਬਹਿ ਜਾ। ਜਿਹੜਾ ਸੋਟੀ ਲੈ ਕੇ ਬਲਦ ਲੈ ਕੇ ਜਾਂਦਾ ਉਹਨੂੰ ਕਦੇ ਬਜ਼ੁਰਗ ਨਹੀਂ ਸੀ ਆਵਾਜ਼ ਮਾਰਦੇ ਸੱਥ ਵਿੱਚੋਂ ਕਿ ਪੜ੍ਹਿਆ ਸਾਡੇ ਕੋਲ ਵੀ ਬਹਿ ਜਾ। ਜਿਹਦੇ ਕੋਲ ਕਿਤਾਬਾਂ ਹੁੰਦੀਆਂ ਸੀ ਉਹਨੂੰ ਕਹਿੰਦੇ ਸੀ। ਜਿਹੇ ਕਰਮ ਕਮਾਏ ਤਿਹਾ ਹੋਏ ਸੀ। ਤੁਸੀਂ ਆਪਣੇ ਕਰਮਾਂ ਕਰਕੇ ਆਪਣਾ ਨਾਂ ਜਿਹੜਾ ਹੈ ਉਹ ਨਿਯਤ ਕਰਨਾ ਹੈ। ਤੁਸੀਂ ਨਹੀਂ ਕਰੋਗੇ ਲੋਕ ਕਰ ਦੇਣਗੇ। ਹੁਣ ਪੱਠਾ ਲਾਓਗੇ ਤੇ ਪੱਠਿਆਂ ਵਾਲੇ ਕਹਿਣਗੇ। ਹਰ ਬੰਦੇ ਨੂੰ ਥੋੜਾ ਪੱਠਿਆਂ ਵਾਲਾ ਕਹੀਦਾ ਵੀ ਇਹ ਪੱਠਿਆਂ ਵਾਲਿਆਂ ਦਾ ਪਰਿਵਾਰ ਹੈ ਜੀ। ਜੇ ਇੱਟਾਂ ਪਕਾਉਣਗੇ ਤੇ ਲੋਕ ਕਹਿਣਗੇ, ਨਹੀਂ ਪਕਾਉਣਗੇ ਤੇ ਨਹੀਂ ਕਹਿਣਗੇ। ਤੁਹਾਨੂੰ ਆਖਿਆ ਸੰਤ ਕਿਉਂਕਿ ਤੁਹਾਡੇ ਕਰਮ ਸੰਤ ਵਾਲੇ ਨੇ। ਸਵੇਰ ਤੋਂ ਤੁਸੀਂ ਤੁਰੇ ਹੀ ਇਸੇ ਰਸਤੇ ਤੇ ਹੋ। ਖਾਣਾ ਵੀ ਛੱਡਿਆ ਹੈ, ਪੀਣਾ ਵੀ ਛੱਡਿਆ ਹੈ, ਦੁਨੀਆ ਨਾਲ ਗੱਲਬਾਤ ਕਰਨੀ ਛੱਡੀ ਹੈ। ਤੇ ਗੁਰੂ ਪਾਤਸ਼ਾਹ ਜੀ ਅੱਜ ਦੇ ਮੁੱਖ ਵਾਕ ਵਿੱਚ ਜਿਹੜਾ ਭਗਤ ਕਬੀਰ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਹੈ, ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ, ਸੰਤੋ ਮਨ ਪਵਣੈ ਸੁਖ ਬਣਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨੈ ਸੁਖ ਬਣਿਆ। ਸੰਤ ਜਨੋ ਤੁਸੀਂ ਸਵੇਰ ਦੇ ਤੁਰੇ ਹੋ, ਕਾਹਦੇ ਲਈ ਤੁਰੇ ਹੋ? ਜੇ ਸਿਹਤ ਦਾ ਗੱਲ ਕਰਨੀ ਸੀ ਤੇ ਪਾਰਕ ਜਾਂਦੇ, ਕੋਈ ਖੱਟੀ ਕਮਾਈ ਕਰਨੀ ਸੀ ਤੇ ਕੰਮ ਧੰਦੇ ਤੇ ਜਾਂਦੇ। ਤੁਸੀਂ ਕਾਹਦੇ ਲਈ ਰੱਬ ਦੇ ਘਰ ਆਏ ਹੋ? ਕਿਉਂਕਿ ਤੁਸੀਂ ਧਰਮੀ ਬਣਨਾ ਚਾਹੁੰਦੇ ਹੋ। ਧਰਮ ਕੀ ਹੈ? ਧਰਮ ਹੈ ਆਪਣੇ ਅੰਦਰ ਦੀ ਸਾਧਨਾ। ਦੁਨੀਆ ਕਿਵੇਂ ਧਰਮ ਕਮਾ ਰਹੀ ਹੈ? ਦੁਨੀਆ ਧਰਮ ਕਮਾ ਰਹੀ ਹੈ ਲੱਖਾਂ ਕਰੋੜਾਂ ਅਰਬਾਂ ਮਿਲੀਅਨ ਟ੍ਰਿਲੀਅਨ ਬਿਲੀਅਨ ਦਾਨ ਕਰਕੇ। ਇਹਦਾ ਮਤਲਬ ਇਹ ਹੈ ਕਿ ਇਹ ਤਾਂ ਅਮੀਰਾਂ ਦਾ ਰਸਤਾ ਹੈ ਬਾਈ। ਸਾਨੂੰ ਜਿਹੜੇ ਅਸੀਂ ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਸਾਨੂੰ ਤੇ ਰਾਹ ਹੀ ਛੱਡ ਦੇਣਾ ਚਾਹੀਦਾ ਹੈ। ਕਿਉਂਕਿ ਸਾਡੀ ਤਾਂ ਗਿਣਤੀ ਮਿਣਤੀ ਨਹੀਂ ਹੋਣੀ ਇਸ ਰਸਤੇ ਵਿੱਚ। ਧਰਮ ਪੈਸੇ ਦਾ ਸਾਧਨ ਨਹੀਂ ਹੈ। ਧਰਮ ਤੁਹਾਡੇ ਅੰਦਰ ਦੀ ਸਾਧਨਾ ਹੈ, ਤੁਹਾਡੇ ਅੰਦਰ ਦਾ ਯੋਗ ਹੈ। ਕੀ ਤੁਹਾਨੂੰ ਪਤਾ ਹੈ ਵੀ ਜਿਹੜਾ ਤੁਹਾਡਾ ਮਨ ਹੈ ਇਹ ਪਵਨ ਵਰਗਾ ਬਣ ਚੁੱਕਿਆ ਹੈ, ਉੱਡਦਾ ਹੀ ਫਿਰਦਾ ਹੈ, ਹਿੱਲਦਾ ਹੀ ਰਹਿੰਦਾ ਹੈ। ਕਦੇ ਇੱਧਰ ਨੂੰ ਵਗਣਾ ਸ਼ੁਰੂ ਹੋ ਗਿਆ, ਕਦੇ ਇੱਧਰ ਨੂੰ ਵਗਣਾ ਸ਼ੁਰੂ ਹੋ ਗਿਆ ਹੈ। ਗਿਆਨੀ ਜੀ ਇਹ ਹੁੰਦਾ ਹੈ ਧਰਮ। ਅਸੀਂ ਤੇ ਸੋਚਦੇ ਹਾਂ ਵੀ ਪੁੱਤ ਮੰਗ ਲਓ, ਨੋਹਾਂ ਲੈ ਆਓ, ਬੱਚੇ ਵਿਆਹ ਲਓ, ਘਰ ਬਣਾ ਲਓ, ਮਹਾਰਾਜ ਦੀ ਸੁਖਣਾ ਸੁੱਖ ਲਓ, ਤੇ ਜਿੰਨੇ ਘਰ ਦੇ ਜੀ ਹੋਣ ਉਹਨੇ ਜਾ ਕੇ ਸਰੋਵਰ 'ਚ ਚੁੱਭੇ ਲਾ ਲਓ ਤੇ ਧਰਮ ਹੋ ਗਿਆ। ਧਰਮ ਇਹ ਨਹੀਂ ਹੈ, ਇਹ ਧਰਮ ਦੇ ਕਰਮ ਨੇ। ਧਰਮ ਦੇ ਨਾਂ ਤੇ ਸਾਡੇ ਪੁਰਖਿਆਂ ਨੇ, ਬਜ਼ੁਰਗਿਆਂ ਨੇ, ਸਾਡੇ ਵਡਕਿਆਂ ਨੇ ਜਿਹੜੇ ਕੰਮ ਕਰਨ ਦੀ ਸਾਨੂੰ ਨਿਸ਼ਾਨਦੇਹੀ ਦਿੱਤੀ ਹੈ, ਇਹ ਉਹ ਨੇ ਵੀ ਜੇ ਸਰੋਵਰ 'ਚ ਜਾਵੇਂ ਤੇ ਇਸ਼ਨਾਨ ਕਰੀ। ਪਰ ਅੱਜ ਹੋ ਕੀ ਰਿਹਾ? ਅੱਜ ਸਰੋਵਰ ਦੀ ਪਰਿਕਰਮਾ ਹੁੰਦੀ, ਇਸ਼ਨਾਨ ਨਹੀਂ ਹੁੰਦਾ। ਪਰਿਕਰਮਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ। ਸਰੋਵਰ ਦਾ ਇਸ਼ਨਾਨ ਹੁੰਦਾ ਹੈ। ਚਲੋ ਰਹੋ ਵਿਚਾਰ।
ਸਾਨੂੰ ਭਗਤ ਜੀ ਕਹਿੰਦੇ ਤੁਸੀਂ ਸੰਤ ਹੋ, ਸਵੇਰ ਦੇ ਇਸ ਰਸਤੇ ਤੇ ਤੁਰੇ ਹੋ, ਤੇ ਕੀ ਤੁਹਾਨੂੰ ਪਤਾ ਹੈ ਵੀ ਜਿਹੜਾ ਤੁਹਾਡਾ ਮਨ ਹੈ ਇਹ ਹਵਾ ਵਰਗਾ ਬਣ ਚੁੱਕਿਆ ਹੈ, ਜਾਂ ਹੈ ਹੀ ਹਵਾ ਵਰਗਾ ਹੈ। ਮਨ ਦੀ ਬਿਰਤੀ ਹੈ, ਮਨ ਦਾ ਸੁਭਾਅ ਇਹ ਹੈ ਕਿ ਇਹ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਜਿਹੜਾ ਮਨ ਮੇਰਾ ਹਵਾ ਵਰਗਾ ਸੀ ਸੰਤੋ, ਸੁਖ ਬਣਿਆ, ਅੱਜ ਬੜਾ ਸੁਖੀ ਹੈ। ਅੱਜ ਪਵਨ ਵਰਗੇ ਇਧਰ ਉਧਰ ਡੋਲਦੇ ਨੂੰ, ਇਧਰ ਉਧਰ ਭਟਕਦੇ ਮਨ ਨੂੰ ਅੱਜ ਸੁਖ ਮਿਲਿਆ। ਹਾਂਜੀ, ਕਿਛ ਜੋਗ ਪ੍ਰਾਪਤ ਗਨਿਆ। ਅੱਜ ਮੈਨੂੰ ਲੱਗਦਾ ਹੈ, ਅੱਜ ਕੁਛ ਪ੍ਰਾਪਤੀ ਦੇ ਯੋਗ ਹੋਇਆ ਹੈ। ਹੁਣ ਲੱਗਦਾ ਹੈ ਕਿ ਕੁਝ ਨਾ ਕੁਝ ਮੈਨੂੰ ਪ੍ਰਾਪਤ ਹੋਏਗਾ। ਕੋਈ ਵੀ ਗੱਲ ਹੋਵੇ ਤੇ ਆਪਾਂ ਕੀ ਕਹਿੰਦੇ ਆ, ਕਿਤੇ ਕੋਈ ਜਾਵੇ ਵੀ ਤਾਂ ਆਪਾਂ ਕਹਿੰਦੇ ਭਾਜੀ ਮਨ ਲੱਗਿਆ, ਕਹਿੰਦਾ ਪਹਿਲਾਂ ਤੇ ਨਹੀਂ ਸੀ ਲੱਗਦਾ, ਹੁਣ ਕੁਛ ਲੱਗ ਗਿਆ, ਹੁਣ ਲੱਗਦਾ ਵੀ ਹੈ ਵੀ ਲੱਗ ਜਾਏਗਾ। ਕੰਮ ਧੰਦਾ ਖੋਲਿਆ, ਪੁੱਛਿਆ ਭਾਜੀ ਕੰਮ ਦਾ ਕੀ ਹਾਲ ਹੈ, ਕਹਿੰਦਾ ਪਹਿਲਾਂ ਤੇ ਠੀਕ ਨਹੀਂ ਸੀ, ਪਰ ਹੁਣ ਆਪਣੇ ਖਰਚੇ ਖੁਰਚੇ ਕੱਢਦਾ ਹੈ, ਹੁਣ ਲੱਗਦਾ ਹੈ ਵੀ 4 ਪੈਸੇ ਵੀ ਬਚਿਆ ਕਰਨਗੇ। ਬਿਲਕੁਲ ਇਸੇ ਤਰ੍ਹਾਂ ਹੁਣ ਲੱਗਦਾ ਹੈ ਕਿ ਇਹ ਜਿਹੜਾ ਮਨ ਹੈ ਇਹ ਕੁਝ ਪ੍ਰਾਪਤ ਵੀ ਕਰੇਗਾ, ਕਿਉਂਕਿ ਆਪਾਂ ਪ੍ਰਾਪਤ ਤੇ ਕੁਝ ਕੀਤਾ ਨਹੀਂ। ਜਦੋਂ ਆਪਾਂ ਗੁਰਦੁਆਰੇ ਤੋਂ ਬਾਹਰ ਨਿਕਲਦੇ ਹਾਂ, ਜਦੋਂ ਅਸੀਂ ਘਰ ਜਾਂਦੇ ਹਾਂ, ਕੀ ਸਾਡੇ ਵਿੱਚ ਕੋਈ ਪਰਿਵਰਤਨ ਸਾਨੂੰ ਆਪ ਨੂੰ ਜਾਂ ਸਾਡੇ ਪਰਿਵਾਰ ਨੂੰ ਲੱਗਦਾ? ਜੇ ਲੱਗਦਾ ਹੈ ਤਾਂ ਫਿਰ ਤਾਂ ਕਿਛ ਯੋਗ ਪ੍ਰਾਪਤ ਗਣਿਆ, ਫਿਰ ਤਾਂ ਠੀਕ ਹੈ। ਜੇ ਫਰਕ ਹੀ ਨਹੀਂ, ਮਰਜ बढ़ता गया जूं जूं दवा करते, ਅੱਜ ਅਸੀਂ ਕਿੱਥੇ ਪਹੁੰਚ ਗਏ? ਇੱਕ ਪਾਸੇ ਟਰੰਪ ਕਹਿੰਦਾ ਅਮਰੀਕਾ ਦਾ ਪ੍ਰਧਾਨ ਮੰਤਰੀ ਕਿ ਹਰ ਸ਼ਹਿਰ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ, ਤੇ ਇੱਕ ਪਾਸੇ ਹਾਲਾਤ ਇਹ ਬਣ ਗਏ ਵੀ ਹਰ ਗੁਰਦੁਆਰੇ ਦੇ ਵਿੱਚ ਪਾਰਟੀਆਂ ਬਣ ਗਈਆਂ। ਹੁਣ ਤਾਂ ਮਹਾਰਾਜ ਦੇ ਚੌਰ ਤੋਂ ਲੈ ਕੇ ਨਾ ਮਾਈਕ ਬਚਿਆ, ਨਾ ਸਟੈਂਡ ਬਚਿਆ, ਨਾ ਚਿਮਟਾ ਬਚਿਆ। ਥੋੜਾ ਜਿਹਾ ਚਿਰ ਵਾਗਰੂ ਵਾਗਰੂ ਕਰਦੇ ਆ, ਖੜਕਾਉਨੇ ਆ, ਮੁੜ ਕੇ ਇੱਕ ਦੂਜੇ ਨਾਲ ਖੜਕਾਉਣ ਲੱਗ ਪੈਂਦੇ। ਅਸੀਂ ਪਹੁੰਚੇ ਕਿੱਥੇ? ਅਸੀਂ 5 ਦਿਨ ਬੰਦੇ ਕੰਮ ਕਰਦੇ ਨੇ ਤੇ 6ਵੇਂ ਦਿਨ ਡੰਡ ਬੈਠਕਾਂ ਮਾਰਦੇ ਨੇ, ਤੇ 7ਵੇਂ ਦਿਨ ਕਹਿੰਦੇ ਆ ਜੀ ਗੁਰਦੁਆਰੇ ਮੇਰੇ ਕੋ ਫੜ ਕੇ ਮੈਕ ਫੜ ਕੇ ਵਿਖਾਈ ਤੂੰ, ਵੀ ਜੇ ਛਿੰਝੀ ਪਾਉਣੀ ਹੈ ਤੇ ਕਿਤੇ ਪਾਰਕ 'ਚ ਪਾ ਲਓ ਯਾਰ। ਆਪਾਂ ਪਹੁੰਚੇ ਕਿੱਥੇ? ਕਿਛ ਯੋਗ ਪ੍ਰਾਪਤ ਗਣਿਆ। ਮੈਂ ਕਹਿੰਦਾ ਰੋਕੋ, ਆਪਣੀ ਮਾਂ ਨੂੰ ਰੋਕ ਲਓ, ਆਪਣੇ ਬੱਚਿਆਂ ਨੂੰ ਰੋਕ ਲਓ, ਆਪਣੇ ਪਿਤਾ ਨੂੰ ਰੋਕੋ, ਪਿਤਾ ਜੀ ਹੁਣ ਤੁਸੀਂ ਗੁਰਦੁਆਰੇ ਨਹੀਂ ਜਾਣਾ, ਬਹੁਤ ਹੋ ਗਿਆ। ਕੋਈ ਫਰਕ ਸਾਨੂੰ ਤੇ ਲੱਗਾ ਨਹੀਂ, ਨਾ ਤੁਹਾਡਾ ਝੂਠ ਗਿਆ, ਨਾ ਤੁਹਾਡੀ ਸ਼ਰਾਬ ਗਈ, ਨਾ ਤੁਹਾਡੇ ਕੋਈ ਮਾੜੇ ਕਰਮ ਗਏ। ਪਹਿਲਾਂ ਘਰ 'ਚ ਖਰੂਦ ਪਾਉਂਦੇ ਸੀ, ਹੁਣ ਤੁਸੀਂ ਗੁਰਦੁਆਰੇ 'ਚ ਵੀ ਜਾ ਕੇ ਪਾਉਣਾ ਸ਼ੁਰੂ ਕਰ ਦਿੱਤਾ। ਨਹੀਂ, ਬਸ ਹੁਣ ਹੋਰ ਨਹੀਂ ਚਾਹੀਦਾ। ਅੱਜ ਦੇ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਿਓ। ਹਾਂਜੀ, ਰਹਾਉ ਗੁਰ ਦਿਖਲਾਈ ਮੋਰੀ। ਗੁਰੂ ਨੇ ਮੈਨੂੰ ਇੱਕ ਮੋਰੀ ਵਿਖਾਈ। ਮੋਰੀ ਜਿੱਥੋਂ ਲੀਕੇਜ ਹੁੰਦੀ ਹੈ, ਜਿੱਥੋਂ ਕੁਝ ਚੀਜ਼ਾਂ ਅੰਦਰ ਵੀ ਆਉਂਦੀਆਂ ਨੇ ਤੇ ਕੁਝ ਬਾਹਰ ਵੀ ਨਿਕਲ ਜਾਂਦੀਆਂ ਨੇ। ਉਹ ਖਾਲੀ ਥਾਂ, ਉਹ ਕਮੀ ਮੈਨੂੰ ਆਪਣੇ ਸਰੀਰ ਦੇ ਵਿੱਚੋਂ, ਆਪਣੇ ਜੀਵਨ ਵਿੱਚੋਂ ਉਹ ਖੱਪਾ ਵਿਖਾ ਦਿੱਤਾ ਹੈ, ਜਿੱਥੋਂ ਚੀਜ਼ਾਂ ਆਪੇ ਹੀ ਅੰਦਰ ਵੜੀ ਜਾਂਦੀਆਂ ਨੇ, ਆਪੇ ਹੀ ਬਾਹਰ ਨਿਕਲੀਆਂ ਜਾਂਦੀਆਂ ਨੇ। ਇਹਨੂੰ ਬਾਰੀ ਨਹੀਂ ਕਹਿੰਦੇ, ਮੋਰੀ ਨੂੰ ਬਾਰੀ ਨਹੀਂ ਕਹੀਦਾ, ਰੋਸ਼ਨਦਾਨ ਨਹੀਂ ਕਹੀਦਾ,
ਨਾ ਇਹਨੂੰ ਵਿੰਡੋ ਕਹੀਦਾ ਹੈ, ਨਾ ਇਹਨੂੰ ਤੁਸੀਂ ਖਿੜਕੀ ਕਹਿਣਾ ਹੈ, ਨਾ ਦਰਵਾਜ਼ਾ ਕਹਿਣਾ ਹੈ, ਨਾ ਰੋਸ਼ਨਦਾਨ ਕਹਿਣਾ ਹੈ। ਮੋਰੀ ਦੇ ਅਰਥ ਇਹ ਬਿਲਕੁਲ ਨਹੀਂ ਹੈਗੇ। ਇੱਕ ਮੋਰੀ ਹੈ ਸਾਡੇ ਸਰੀਰ ਵਿੱਚ, ਜਿੱਥੋਂ ਕਮਜ਼ੋਰੀਆਂ ਅੰਦਰ ਆਉਂਦੀਆਂ ਨੇ, ਵਿਸ਼ੇ ਵਕਾਰ ਅੰਦਰ ਆਉਂਦੇ ਨੇ। ਹਾਂਜੀ, ਜਿਤ ਮਿਰਗ ਪੜਤ ਹੈ ਚੋਰੀ, ਜਿੱਥੋਂ ਮਿਰਗ ਚੋਰੀ ਕਰਨ ਵਾਸਤੇ ਪ੍ਰਵੇਸ਼ ਕਰਦੇ ਨੇ। ਮਿਰਗ ਕੀ ਹੈ? ਪਸ਼ੂ। ਪਸ਼ੂ ਕੀ ਨੇ? ਵਕਾਰ। ਆਪਾਂ ਖੇਤ ਨੂੰ ਵਾੜ ਕੀਤੀ, ਪਰ ਵੇਲਾਂ ਫਿਰ ਜੰਗਲੀ ਜਾਨਵਰ ਖਾ ਗਏ। ਤੇ ਬਜ਼ੁਰਗ ਪੁੱਛੇਗਾ ਤੇ ਸਹੀ ਨਾ, ਪੁੱਤਰ ਇਹ ਜਾਨਵਰ ਆਏ ਕਿੱਥੋਂ ਨੇ? ਸਵੇਰ ਦੇ ਆਪਾਂ ਉੱਠੇ ਆ, ਫਿਰ ਕਾਮ ਕਿੱਥੋਂ ਆ ਗਿਆ, ਕ੍ਰੋਧ ਕਿੱਥੋਂ ਆ ਗਿਆ, ਲੋਭ ਕਿੱਥੋਂ ਆ ਗਿਆ, ਮੋਹ ਕਿੱਥੋਂ ਆ ਗਿਆ, ਹੰਕਾਰ ਕਿੱਥੋਂ ਆ ਗਿਆ? ਪਤਾ ਹੈ ਤੁਹਾਨੂੰ ਸਾਡੇ ਔਰ ਬਾਹਰਲੇ ਮੁਲਕ ਦਾ ਕੀ ਫਰਕ ਹੈ? ਬਾਹਰਲੇ ਮੁਲਕ ਦੇ ਵਿੱਚ ਕੋਈ ਵੀ ਗਲਤ ਚੀਜ਼ ਜਿਹੜੀ ਹੈ ਉਹ ਤੁਸੀਂ ਐਕਸਪੋਰਟ ਨਹੀਂ ਕਰ ਸਕਦੇ। ਤੁਸੀਂ ਆਪਣਾ ਘਰ ਬਣਾਉਣਾ ਹੈ, ਤੁਸੀਂ ਮਾੜਾ ਮਟੀਰੀਅਲ ਲਿਆ ਕੇ, ਇੱਟਾਂ ਲਿਆ ਕੇ, ਰੇਤਾ ਸੀਮਟ ਲਿਆ ਕੇ, ਸਰੀਆ ਲਿਆ ਕੇ ਤੁਸੀਂ ਦੀਵਾਰਾਂ ਨਹੀਂ ਖੜੀਆਂ ਕਰ ਸਕਦੇ। ਹੁਣ ਤੁਸੀਂ ਕਹੋਗੇ ਜੀ ਅਸੀਂ ਕਿਉਂ ਨਹੀਂ ਕਰ ਸਕਦੇ? ਜੇ ਉਹ ਮਕਾਨ ਡਿੱਗੇਗਾ ਤੇ ਵਿਪਤਾ ਕਿਹਨੂੰ ਪਵੇਗੀ? ਉੱਥੋਂ ਦੀ ਸਰਕਾਰ ਨੂੰ। ਐਂਬੂਲੈਂਸ ਕਿਹਦੀ ਆਏਗੀ? ਪੁਲਿਸ ਵਾਲੀ ਗੱਡੀ ਕਿਹਦੀ ਆਏਗੀ? ਹੈਲੀਕਾਪਟਰ ਕਿਹਦਾ ਚੁੱਕਣ ਆਏਗਾ? ਜਾਂ ਤਾਂ ਸਾਡੇ ਮੁਲਕ ਵਾਲਾ ਹੋਵੇ ਨਾ, ਮਰ ਗਏ ਨੇ, ਅੱਛਾ ਫਿਰ ਇਹਦੀ ਆਈ ਹੋਣੀ ਹੈ। ਉੱਥੇ ਇੰਡੀਆ ਨਹੀਂ ਹੈਗਾ। ਤੁਹਾਡਾ ਬੱਚਾ ਤੁਹਾਡੇ ਘਰ ਸੱਟ ਲੱਗ ਗਈ ਹੈ, ਕੋਈ ਨਹੀਂ ਜੀ, ਬੱਚੇ ਤੇ ਤੁਹਾਨੂੰ ਪਤਾ ਸੱਟਾਂ ਲਵਾਉਂਦੇ ਹੀ ਰਹਿੰਦੇ ਨੇ। ਇਹ ਇੰਡੀਆ ਹੈ, ਬਾਹਰ ਨਹੀਂ ਹੈਗਾ। ਉਹ ਕਹਿੰਦੇ ਦੱਸੋ ਤੁਸੀਂ ਕਿੱਥੇ ਸੀ? ਤੁਹਾਨੂੰ ਨਿਆਣੇ ਜੰਮਣੇ ਆਉਂਦੇ, ਪਾਲਣੇ ਨਹੀਂ ਆਉਂਦੇ? ਅਗਰ ਤੁਸੀਂ ਬੱਚਿਆਂ ਦੇ ਕੋਲ ਨਹੀਂ ਰਹਿ ਸਕਦੇ, ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਬੱਚੇ ਨੂੰ ਜਨਮ ਦੇ ਕੇ ਇੱਕ ਮਾਂ-ਬਾਪ ਹੋਣ ਦਾ ਤੁਸੀਂ ਕੋਈ ਮਮਤਾ ਦਾ ਪੱਖ ਪੂਰਾ ਕਰ ਸਕੋ। ਪਹਿਲਾਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਸਾਡੇ ਹੁਣ ਕੀ ਹੈ? ਹਸਪੀਟਲ ਬਣਾਓ ਜੀ, ਬਿਮਾਰੀ ਰੋਕ ਲੋ ਖਾਂ। ਸਾਡੇ ਧਰਮ ਦਾ ਵੀ ਇਹੋ ਹਾਲ ਹੈ। ਗਿਆਨੀ ਜੀ ਅਰਦਾਸ ਕਰੋ, ਮਹਾਰਾਜ ਅੰਮ੍ਰਿਤ ਵੇਲਾ ਬਖਸ਼ੇ। ਤੇ ਮੈਂ ਪਤਾ ਕੀ ਕਹਿਣਾ ਹੁੰਨਾ, ਵੀ ਮੈਂ ਜਿੱਦਣ ਅਰਦਾਸ ਕੀਤੀ ਮੈਂ ਤੇਰੇ ਸੌਣ ਦੀ ਕਰਨੀ, ਉੱਠਣ ਦੀ ਨਹੀਂ ਕਰਨੀ। ਵੀ ਤੂੰ 11 11:30 ਵਜੇ ਕਵੇਂ ਮੈਂ ਆਈਸਕ੍ਰੀਮ ਖਾਣੀ ਹਾਲ ਬਾਜ਼ਾਰ 'ਚ ਜਾ ਕੇ, ਤੇ ਮੈਂ ਤੇਰੇ ਅੰਮ੍ਰਿਤ ਵੇਲੇ ਦੀਆਂ ਅਰਦਾਸਾਂ ਕਰਾਂ, ਹੈ ਮੈਂ ਕਮਣਾ ਕੋਈ? ਤੂੰ 12 ਵਜੇ ਕਵੇਂ ਮੈਂ ਪਾਰਟੀ ਅਟੈਂਡ ਕਰਨੀ ਹੈ, ਮੈਂ ਕਵਾਂ ਮਹਾਰਾਜ ਇਹਨੂੰ 4 ਵਜੇ ਅੰਮ੍ਰਿਤ ਵੇਲਾ ਬਖਸ਼ੋ। ਗਿਆਨੀ ਜੀ ਮਹਾਰਾਜ ਸੱਚ ਬੋਲਣ ਦੀ ਤਾਕਤ ਦੇਣ, ਤੇ ਤੇਰੀ ਝੂਠ ਬੋਲਣ ਦੀ ਟ੍ਰੇਨਿੰਗ ਕਿਹਨੇ ਦਿੱਤੀ ਹੈ? ਅਰਦਾਸ ਕਰੋ, ਮਹਾਰਾਜ ਮੇਰਾ ਝੂਠ ਛੁੱਟ ਜਾਏ, ਜੋ ਬੋਲੋਗੇ ਸੱਚ ਹੋਏਗਾ। ਰਾਤ ਨੂੰ ਫੈਸਲਾ ਕਰ ਲਓ 9 ਵਜੇ ਸੌਣਾ ਹੈ, ਜਦੋਂ ਸਵੇਰੇ ਉੱਠੋਗੇ ਅੰਮ੍ਰਿਤ ਵੇਲਾ ਹੋਏਗਾ। ਸਾਡੇ ਚੋਂ ਕੋਈ ਭੀਮ ਨਹੀਂ ਹੈਗਾ ਵੀ ਜਿਹੜਾ 6 ਮਹੀਨੇ ਸੁੱਤਾ ਰਹੂਗਾ, ਸਰੀਰ ਹੀ ਨਹੀਂ ਸੌਣ ਦਿੰਦਾ। ਕੋਈ ਨਾ ਕੋਈ ਸਰੀਰ ਦੀ ਕਿਰਿਆ ਨੇ ਤੁਹਾਨੂੰ ਉਠਾ ਲੈਣਾ ਵੀ ਉੱਠ ਭਾਈ ਬਸ ਕਰ, ਬਹੁਤ ਹੋ ਗਈ ਹੈ। ਇਮਾਨਦਾਰੀ ਦੀ ਲੋੜ ਨਹੀਂ, ਬੇਈਮਾਨੀ ਛੱਡ ਦਿਓ। ਗੁਰੂ ਤੁਹਾਨੂੰ ਮੋਰੀ ਵਿਖਾਉਂਦਾ ਹੈ, ਅਸੀਂ ਮੋਰੀ ਵਾਲੇ ਪਾਸੇ ਤਾਂ ਧਿਆਨ ਨਹੀਂ ਦਿੰਦੇ। ਤੇ ਘਰ 'ਚ ਪਤਾ ਕੀ ਕੀਤਾ ਹੈ? ਇੱਕ ਉਹ ਜਿਹੜਾ ਹੁੰਦਾ ਨਾ ਉਹ ਚਿੜੀ ਬੱਲਾ ਜਿਹਾ, ਉਦਾਂ ਦਾ ਇੱਕ ਬੱਲਾ ਲੈ ਆਂਦਾ ਬਿਜਲੀ ਵਾਲਾ। ਇਹ ਮੱਖੀਆਂ ਮੱਛਰ ਮਾਰਨੇ ਨੇ, ਵੀ ਬਾਹਰ ਜਾਲੀਆਂ ਲਾ ਲਓ, ਅੰਦਰ ਆਉਣ ਹੀ ਨਾ। ਪਰ ਜੇ ਬਾਹਰੋਂ ਇੰਨੇ ਕੀੜੇ ਆ ਗਏ ਤੇ ਯਾਦ ਰੱਖਣਾ, ਇਹ ਰੈਕਟ ਉਹਨਾਂ ਕੀੜਿਆਂ ਨੂੰ ਮਾਰ ਨਹੀਂ ਸਕੇਗਾ। ਜਿਨੇ ਵਿਸ਼ੇ ਵਕਾਰ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਮੂੰਹ ਦੇ ਰਾਹੀਂ, ਨਾਸ਼ਕਾਵਾਂ ਦੇ ਰਾਹੀਂ, ਜਿੰਨਾ ਕੁਝ ਤੂੰ ਆਪਣੇ ਅੰਦਰ ਇਕੱਠਾ ਕਰ ਰਹੇ ਹੈ,
ਤੂੰ ਕੀ ਸੋਚਦਾ ਹੈ ਵੀ ਇੱਕ ਜਪਜੀ ਸਾਹਿਬ ਉਹਦਾ ਹੱਲ ਕਰ ਦੇਗਾ? ਨਹੀਂ, ਇੱਕ ਸੁਖਮਨੀ ਸਾਹਿਬ ਤੋਂ ਵੀ ਹੱਲ ਨਹੀਂ ਹੋਣਾ। ਜਿੰਨੇ ਬਾਹਰੋਂ ਇਹ ਮੋਰੀਆਂ ਜਿਹੜੀਆਂ ਨੇ, ਪਹਿਲਾਂ ਇਹਨਾਂ ਨੂੰ ਬੰਦ ਕਰ। ਗੁਰ ਦਿਖਲਾਈ ਮੋਰੀ, ਅੱਗੇ ਕੀ ਹੈ? ਜਿਤ ਮਿਰਗ ਪੜਤ ਹੈ ਚੋਰੀ। ਇੱਥੋਂ ਵਕਾਰ ਆਉਂਦੇ ਨੇ, ਨਿੰਦਿਆ ਆਉਂਦੀ ਹੈ, ਚੁਗਲੀਆਂ ਆਉਂਦੀਆਂ ਨੇ। ਜਦੋਂ ਤੁਸੀਂ ਫੋਨ ਕਰਦੇ ਹੋ, ਆਪਣੇ ਬੇਟੇ ਨੂੰ ਕਰੋ, ਭਰਾ ਨੂੰ ਕਰੋ, ਮਾਂ ਨੂੰ ਕਰੋ, ਪਿਓ ਨੂੰ ਕਰੋ, ਅੱਜ ਤੋਂ ਬਾਅਦ ਧਿਆਨ ਕਰਨਾ, ਬੀਬੀ ਕੀ ਹਾਲ ਹੈ? ਪੁੱਤ ਠੀਕ ਹੈ, ਬਾਕੀ ਤਾਂ ਠੀਕ ਹੈ। ਉਹਨਾਂ ਦੀ ਨਾ ਮੱਝ ਬੜੀ ਬਿਮਾਰ ਹੈ, ਤੇ ਬੀਬੀ ਆਪਾਂ ਆਪਣੇ ਘਰ ਦੀ ਗੱਲ ਕਰ ਲਈ, ਆਪਣੀਆਂ ਮੱਝਾਂ ਠੀਕ ਨੇ। 3 ਮਿੰਟ ਨਹੀਂ ਹੈ ਸਾਡੇ ਕੋਲੇ ਆਪਣੀ ਘਰ ਦੀ ਗੱਲ ਕਰਨ ਜੋਗਾ। 3 ਮਿੰਟ ਦਾ ਟਾਈਮ ਨਹੀਂ ਸਾਡੇ ਕੋਲ। ਕਦੇ ਫੋਨ ਮਿਲਾ ਕੇ ਤੁਸੀਂ ਗੱਲ ਕਰਿਓ, ਤੁਹਾਡੀ ਗੱਲ 1-1.5 ਮਿੰਟ 'ਚ ਮੁੱਕ ਜਾਣੀ ਹੈ। ਹੋਰ ਸੁਣਾਓ ਫਿਰ, ਹੋਰ ਸੁਣਾਓ ਨਾ ਗਿਆਨੀ ਜੀ ਕੋਈ। ਇਹਦਾ ਮਤਲਬ ਹੁਣ ਤੁਸੀਂ ਵਿਹਲੇ ਹੋ, ਨਾ ਤੁਹਾਡੇ ਕੋਲੇ ਕੁਝ ਹੈ, ਨਾ ਅਗਲੇ ਕੋਲੇ ਕੁਝ ਹੈ। ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ। ਕਿ ਦੁਨੀਆ ਦੀ ਇਨਫੋਰਮੇਸ਼ਨ ਇਕੱਠੀ ਕਰਨਾ, ਦੁਨੀਆ ਦੀ ਜਾਣਕਾਰੀ ਇਕੱਠੀ ਕਰਨਾ, ਕਿ ਅਸੀਂ ਕੋਈ ਗੂਗਲ, ਕੋਈ ਸਰਚ ਇੰਜਣ ਥੋੜਾ ਬਣਾ ਲਿਆ ਆਪਣੀ ਜ਼ਿੰਦਗੀ ਨੂੰ, ਵੀ ਸਾਰਿਆਂ ਦਾ ਡਾਟਾ ਸਾਡੇ ਕੋਲ ਹੀ ਹੋਣਾ ਚਾਹੀਦਾ। ਵੀ ਉਹਦੇ ਧੀ ਕੀ ਕਰਦੀ ਹੈ, ਤੇ ਉਹਦਾ ਪੁੱਤਰ ਕੀ ਕਰਦਾ, ਤੇ ਉਹਦਾ ਪਿਓ ਕੀ ਕਰਦਾ ਸੀ, ਤੇ ਉਹਦਾ ਦਾਦਾ ਕੀ ਕਰਦਾ ਸੀ, ਤੇ ਇਹਨਾਂ ਦੀ ਜ਼ਮੀਨ ਕਿੰਨੀ ਹੈ, ਤੇ ਕਿੰਨਾ ਕਰਜ਼ਾ ਇਹਨਾਂ ਤੇ ਕਿੰਨਾ ਇਹਨਾਂ ਨੇ ਬੈਂਕ ਦੇ ਪੈਸੇ ਦੇਣੇ ਨੇ। ਕਿੱਧਰ ਤੁਰੇ ਹੋਏ ਆਪਾਂ? ਸਾਡੇ ਬਜ਼ੁਰਗ ਧਾਰਨਾ ਗਾਉਂਦੇ ਸੀ, ਉਹ ਕਹਿੰਦੇ ਸੀ, ਗੱਠੜੀ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ। ਗੁਰੂ ਤੁਹਾਨੂੰ ਸਮਝਾਉਂਦਾ ਹੈ ਵੀ ਤੇਰੇ ਆਪਣੇ ਜੀਵਨ ਵਿੱਚ ਇੱਕ ਮੋਰੀ ਹੈ ਭਾਈ, ਉਥੋਂ ਮਿਰਗ ਆਉਂਦੇ ਨੇ, ਵਕਾਰ ਆਉਂਦੇ ਨੇ, ਵਿਸ਼ੇ ਆਉਂਦੇ ਨੇ, ਉਹ ਸਭ ਕੁਝ ਤੇਰਾ ਚੋਰੀ ਕਰਕੇ ਲੈ ਜਾਂਦੇ ਨੇ। ਮੈਨੂੰ ਤੁਸੀਂ ਦੱਸ ਦਿਓ, ਆਪਾਂ ਕਿੰਨਾ ਕੁ ਪਾਠ ਕਰਦੇ ਆ, ਕਿੰਨਾ ਕੁ ਸੱਚ ਬੋਲਦੇ ਆ, ਕਿੰਨਾ ਕੁ ਮੱਥਾ ਟੇਕਦੇ ਆ, ਕਿੰਨੀ ਕੁ ਸੰਗਤ ਕਰਦੇ ਆ? 1 ਘੰਟਾ, 1.5 ਘੰਟਾ, 2 ਘੰਟੇ, ਬਾਕੀ ਕਿੰਨੇ ਬਚੇ? 22 ਘੰਟੇ ਜਦੋਂ ਤੁਹਾਡੇ ਤੇ ਹਮਲਾ ਹੋਏਗਾ, ਤੇ ਉਹ 2 ਘੰਟਿਆਂ ਦੀ ਕਮਾਈ ਤੁਹਾਡੀ ਉਹ ਸਾਰੇ ਕੁਝ ਨੂੰ ਸਹਾਰ ਸਕੇਗੀ? ਇਸ ਕਰਕੇ 22 ਘੰਟਿਆਂ ਦੇ ਜਿਹੜੇ ਹਮਲੇ ਨੇ ਉਹ ਰੋਕ ਦਿਓ। ਤੁਹਾਡੀ 2 ਘੰਟਿਆਂ ਦੀ ਪੂੰਜੀ ਕੱਲ 4 ਘੰਟੇ ਹੋ ਜਾਏਗੀ, ਪਰਸੋਂ 6 ਹੋ ਜਾਏਗੀ। 30 ਦਿਨਾਂ ਬਾਅਦ 60 ਘੰਟਿਆਂ ਦੀ ਤੁਹਾਡੇ ਕੋਲ ਭਗਤੀ ਹੋਏਗੀ, 60 ਘੰਟਿਆਂ ਦਾ ਸਿਮਰਨ ਹੋਏਗਾ, 60 ਘੰਟਿਆਂ ਦਾ ਧਰਮ ਹੋਏਗਾ। ਤੇ ਜੇ 2 ਘੰਟਿਆਂ ਦਾ 22 ਘੰਟਿਆਂ ਨੇ ਲੁੱਟ ਲਿਆ, ਤੇ ਕੱਲ ਨੂੰ ਫਿਰ ਕੁਝ ਵੀ ਨਹੀਂ ਹੋਏਗਾ ਸਾਡੇ ਕੋਲ। ਤਾਂ ਜਿਹੋ ਜਿਹੇ ਕਮਲੇ ਪਿਛਲੀ ਸੰਗਰਾਂਦ ਤੇ ਸੀ, ਉਹੋ ਜਿਹੇ ਕਮਲੇ ਅਗਲੀ ਸੰਗਰਾਂਦ ਤੇ ਹੋਵਾਂਗੇ ਆਪਾਂ। ਪਹੁੰਚੇ ਕਿੱਥੇ? ਕਿਤੇ ਵੀ ਨਹੀਂ, ਕਿਉਂਕਿ ਮੋਰੀ ਤਾਂ ਕੋਈ ਰੋਕੀ ਨਹੀਂ। ਬਿਮਾਰੀਆਂ ਰੋਕੋ। ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਵੀ ਚਾਹੁੰਦਾ ਹੈ, ਅੱਜ ਫੂਡ ਜਿਹੜਾ ਹੈ, ਭੋਜਨ ਜਿਹੜਾ ਹੈ, ਇਹਦੀ ਮਿਲਾਵਟ ਰੋਕ ਦਿਓ, ਅੱਧੀਆਂ ਬਿਮਾਰੀਆਂ ਮੁੱਕ ਜਾਣਗੀਆਂ। ਨਕਲੀ ਦਵਾਈਆਂ ਰੋਕ ਦਿਓ। ਇੱਥੋਂ ਬੰਦਾ ਦਵਾਈ ਲੈ ਕੇ ਗਿਆ ਅਮਰੀਕਾ, ਡਾਕਟਰ ਨੇ ਕਿਹਾ ਵੀ ਆਹ ਦਵਾਈ ਹੈ ਇਹਦੀ, ਉਹ ਕਹਿੰਦਾ ਜੀ ਇਹ ਤੇ ਮੈਂ ਖਾ ਰਿਹਾ, ਕਹਿੰਦਾ ਲਿਆ ਦੇ। ਉਹਨੇ ਲੈਬੋਰਟਰੀ 'ਚ ਭੇਜੀ, ਕਹਿੰਦੇ ਤੇ ਦਵਾਈ ਨਕਲੀ ਹੈ। ਬਿਮਾਰੀ ਡਾਇਗਨੋਜ਼ ਹੋ ਗਈ ਹੈ, ਦਵਾਈ ਮਿਲ ਗਈ ਹੈ, ਪਰ ਦਵਾਈ ਖਾਂਦਿਆਂ ਖਾਂਦਿਆਂ ਬੰਦਾ ਮਰ ਚੱਲਿਆ ਸੀ, ਕਿਉਂਕਿ ਦਵਾਈ ਡੁਪਲੀਕੇਟ ਸੀ। ਇੱਥੇ ਹਰ ਚੌਥੇ ਦਿਨ ਬਿਲਡਿੰਗ ਡਿੱਗਦੀ ਹੈ ਤੇ ਬੰਦੇ ਮਰ ਜਾਂਦੇ ਨੇ। ਬਾਹਰਲੇ ਮੁਲਕਾਂ 'ਚ ਜਾਓ, ਉਸ ਬਿਲਡਿੰਗ ਦੀ ਖੂਬਸੂਰਤੀ ਇਹ ਹੈ, ਉੱਤੇ ਲਿਖਿਆ 1880। ਮੈਂ ਕਿਸੇ ਨੂੰ ਪੁੱਛ ਲਿਆ, ਮੈਂ ਕਿ ਇਹ ਕੀ? ਕਹਿੰਦੇ ਇੰਨੀ ਪੁਰਾਣੀ ਬਿਲਡਿੰਗ ਹੈ। ਅੱਜ ਵੀ ਉਸ ਇਮਾਰਤ ਦੀ ਖੂਬਸੂਰਤੀ ਹੈ, ਉਹਦੀ ਫਾਊਂਡੇਸ਼ਨ ਐਸੀ ਹੈ, ਉਹਦੀਆਂ ਦੀਵਾਰਾਂ ਐਸੀਆਂ ਨੇ, ਉਹਦੀਆਂ ਛੱਤਾਂ ਐਸੀਆਂ ਨੇ, ਉਹ ਡਿੱਗ ਨਹੀਂ ਸਕਦੀ।
ਟੁੱਟ ਨਹੀਂ ਸਕਦੀ। ਸੱਚੇ ਪਾਤਸ਼ਾਹ ਮਹਾਰਾਜ ਨੇ ਭਗਤ ਕਬੀਰ ਜੀ ਦੇ ਰਾਹੀਂ ਅੱਜ ਸਾਡੇ ਤੇ ਕਿਰਪਾ ਕੀਤੀ। ਆਖਿਆ ਸੰਤੋ ਮਨ ਪਵਣੇ ਸੁਖ ਬਣਿਆ। ਮਨ ਹਵਾ ਵਰਗਾ ਸੀ ਪਰ ਅੱਜ ਕੁਝ ਸੁਖ ਮਿਲਿਆ। ਅੱਗੇ ਕੀ ਹੋਇਆ? ਕਿਛ ਜੋਗ ਪ੍ਰਾਪਤ ਗਣਿਆ। ਅੱਜ ਲੱਗਦਾ ਹੈ ਗੱਲ ਬਣੇਗੀ, ਮੈਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋਏਗਾ। ਕਿਉਂ? ਗੁਰ ਦਿਖਲਾਈ ਮੋਰੀ। ਮੈਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਰੋਗ ਆ ਕਿੱਥੋਂ ਰਿਹਾ ਹੈ, ਇਹ ਬਿਮਾਰੀ ਕਿੱਥੋਂ ਆ ਰਹੀ ਹੈ। ਗੁਰੂ ਨੇ ਮੈਨੂੰ ਉਹ ਦੱਸ ਦਿੱਤਾ ਹੈ। ਬਿਮਾਰੀ ਡਾਇਗਨੋਜ਼ ਹੋ ਗਈ। ਅੱਗੇ ਜਿਤ ਮਿਰਗ ਪੜਤ ਹੈ ਚੋਰੀ, ਔਰ ਇਹ ਵੀ ਦੱਸ ਦਿੱਤਾ ਕਿ ਇਹ ਇਸ ਰਸਤੇ ਤੋਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਵਕਾਰ ਨੇ, ਵਿਸ਼ੇ ਨੇ, ਔਗਣ ਨੇ, ਦੋਸ਼ ਨੇ ਜਿਹੜੇ ਤੇਰੇ ਜੀਵਨ ਵਿੱਚ ਆ ਚੁੱਕੇ ਨੇ ਭਾਈ। ਹਾਂਜੀ। ਮੂੰਦ ਲਿਏ ਦਰਵਾਜੇ, ਬਾਜੀਲੇ ਅਨਹਦ ਬਾਜੇ। ਭਗਤ ਕਬੀਰ ਕਹਿੰਦੇ ਮੈਂ ਉਹ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਜਿੱਥੋਂ ਮਿਰਗ ਆਉਂਦੇ ਸੀ, ਵਕਾਰ ਆਉਂਦੇ ਸੀ, ਵਿਸ਼ੇ ਆਉਂਦੇ ਸੀ, ਦੋਸ਼ ਆਉਂਦੇ ਸੀ, ਬੁਰਾਈਆਂ ਆਉਂਦੀਆਂ ਸੀ, ਔਗਣ ਆਉਂਦੇ ਸੀ। ਹੁਣ ਕੀ ਹੋਇਆ? ਕਹਿੰਦੇ ਬਾਜੀਲੇ ਅਨਹਦ ਬਾਜੇ। ਅੰਦਰ ਇੱਕ ਲਾਈਟ ਮਿਊਜ਼ਿਕ ਚੱਲਦਾ ਸੀ, ਅੰਦਰ ਅਨਹਦ ਧੁਨੀ। ਤੁਸੀਂ ਕਦੇ ਕਦੇ ਵੇਖਿਓ ਜਦੋਂ ਹਰ ਪਾਸੇ ਮੌਸਮ ਠੀਕ ਹੋਵੇ, ਸਿਹਤ ਠੀਕ ਹੋਵੇ, ਘਰ ਦੇ ਹਾਲਾਤ ਠੀਕ ਹੋਣ, ਤੇ ਕੋਈ ਆਦਮੀ ਨਾ ਐ ਕਰਦਾ ਆਉਂਦਾ ਹੁੰਦਾ, ਐ ਕਰਦਾ। ਹੁਣ ਅੱਜ ਤੇ ਹੋ ਸਕਦਾ ਉਹਨੇ ਕੰਨਾਂ 'ਚ ਕੋਈ ਹੈੱਡਫੋਨ ਲਾਏ ਹੋਣ ਤੇ ਗਾਣੇ ਸੁਣਦਾ ਆਉਂਦਾ ਹੋਵੇ, ਅੱਜ ਹੋ ਸਕਦਾ ਹੈ, ਪਰ ਅੱਜ ਤੋਂ 30 ਸਾਲ ਪਹਿਲਾਂ ਨਹੀਂ ਸੀ ਹੁੰਦਾ। ਫਿਰ ਸਾਹਮਣੇ ਵਾਲਾ ਪੁੱਛਦਾ ਸੀ ਕਿੱਦਾਂ ਬਈ, ਅੱਜ ਤੇ ਬੜਾ ਖੁਸ਼ ਹੈ। ਉਹਨੂੰ ਆਪਣੇ ਅੰਦਰੋਂ ਇੱਕ ਖੁਸ਼ੀ, ਇੱਕ ਧੁਨੀ ਸੁਣਦੀ ਸੀ, ਅੱਛਾ ਲੱਗਦਾ ਸੀ। ਇਹ ਸਭ ਕੁਝ ਤੁਹਾਡੇ ਅੰਦਰ ਹੈ, ਇਹ ਸਾਰਾ ਕੁਝ ਹੈਗਾ ਤੁਹਾਡੇ ਅੰਦਰ। ਜਦੋਂ ਬਾਹਰੋਂ ਆਵਾਜ਼ ਵੱਧ ਗਈ, ਬਾਹਰੋਂ ਸਾਊਂਡ ਵੱਧ ਗਿਆ, ਬਾਹਰੋਂ ਪੋਲੂਸ਼ਨ ਆ ਗਿਆ, ਉਹ ਅੰਦਰ ਵਾਲੀ ਆਵਾਜ਼ ਜਿਹੜੀ ਸੀ ਉਹ ਦਬ ਗਈ, ਉਹ ਸੁਣਨੋਂ ਹਟ ਗਿਆ। ਹੁਣ ਜਦੋਂ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣੋਗੇ ਤੇ ਅੰਦਰ ਦੀ ਆਵਾਜ਼ ਜਿਹੜੀ ਹੈ ਉਹ ਇਹ ਹੈ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਹੁਣ ਇਹ ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਨੇ ਹੀ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦੇਣੀ ਹੈ। ਇਹਨਾਂ ਨੇ ਹੀ ਤੁਹਾਨੂੰ ਇੱਕ ਰਸ ਵਾਜੇ ਸੁਣਾਉਣੇ ਸ਼ੁਰੂ ਕਰ ਦੇਣੇ ਨੇ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਬਾ ਕਰਿਆ। ਹਿਰਦੇ ਰੂਪੀ ਜਿਹੜਾ ਕਮਲ ਰੂਪੀ ਜਿਹੜਾ ਘੜਾ ਸੀ ਉਹ ਭਰਿਆ ਪਿਆ ਸੀ। ਚੰਗੇ ਪਾਣੀ ਨਾਲ ਨਹੀਂ, ਦੁੱਧ ਨਾਲ ਵੀ ਨਹੀਂ, ਸ਼ਹਿਦ ਨਾਲ ਵੀ ਨਹੀਂ, ਕਿਸੇ ਚੰਗੇ ਤੇਲ ਨਾਲ ਵੀ ਨਹੀਂ, ਵਕਾਰਾਂ ਨਾਲ, ਬਦਬੂ ਨਾਲ, ਭੈੜੀਆਂ ਗੱਲਾਂ ਨਾਲ। ਇੱਕ ਪੰਕਤੀ ਆਉਂਦੀ ਹੈ, ਜੋ ਜੀ ਹੋਏ ਸੋ ਉਗਵੇ। ਜੋ ਅੰਦਰ ਹੋਏਗਾ ਉਹ ਹੀ ਬਾਹਰ ਨਿਕਲੇਗਾ, ਹੋਰ ਕੀ ਹੋਏਗਾ। ਜੇ ਢਿੱਡ 'ਚ ਸਭ ਕੁਝ ਮਾੜਾ ਹੈ ਤੇ ਮੂੰਹ ਤੋਂ ਚੰਗਾ ਕਿਵੇਂ ਨਿਕਲ ਸਕਦਾ? ਹਿਰਦਾ ਰੂਪੀ ਜਿਹੜਾ ਕਮਲ ਜਿਹੜਾ ਹੈ, ਇਹ ਘੜਾ ਜਿਹੜਾ ਹੈ ਇਹ ਭਰਿਆ ਪਿਆ ਸੀ। ਜਦੋਂ ਗੁਰੂ ਨੇ ਮੱਤ ਦਿੱਤੀ, ਭਗਤ ਕਬੀਰ ਕਹਿੰਦੇ ਮੈਂ ਡੋਲ ਦਿੱਤਾ ਘੜਾ, ਮੁੱਧਾ ਕਰ ਦਿੱਤਾ, ਸਾਫ਼ ਕਰਕੇ ਉਹਨੂੰ ਫਿਰ ਸਿੱਧਾ ਕਰ ਲਿਆ। ਕੀ ਕੀਤਾ? ਕੁੰਭ, ਕੁੰਭ ਕਹਿੰਦੇ ਨੇ ਘੜੇ ਨੂੰ, ਕਮਲ ਹਿਰਦੇ ਨੂੰ ਕਹਿੰਦੇ ਨੇ। ਜਲ ਭਰਿਆ, ਭੈੜੇ ਪਾਣੀ ਨਾਲ ਭਰਿਆ ਸੀ। ਜਲ ਮੇਟਿਆ, ਮੇਟੇ ਦਾ ਅਰਥ ਹੁੰਦਾ ਡੋਲ ਦੇਣਾ। ਉਬਾ ਕਰਿਆ, ਉਬੇ ਦਾ ਅਰਥ ਕੀ ਹੈ? ਸਿੱਧਾ ਕਰ ਲਿਆ, ਖਾਲੀ ਕਰ ਲਿਆ, ਸਾਫ਼ ਕਰ ਲਿਆ, ਤੇ ਉਹਨੂੰ ਹੋਰ ਸ਼ੁਭ ਗੁਣ ਭਰਨ ਵਾਸਤੇ ਥਾਂ ਬਣਾ ਲਈ। ਹਾਂਜੀ। ਕਹੋ ਕਬੀਰ ਜਨ ਜਾਣਿਆ,
ਜੋ ਜਾਣਿਆ ਤਉ ਮਨ ਮਾਨਿਆ। ਭਗਤ ਕਬੀਰ ਜੀ ਦੇ ਪਵਿੱਤਰ ਮੁਖ ਤੋਂ ਅੱਜ ਸਤਿਗੁਰੂ ਸਾਨੂੰ ਦ੍ਰਿੜ ਕਰਾਉਂਦੇ ਨੇ ਕਿ ਕਬੀਰ ਜੀ ਇਹ ਗੱਲ ਕਹੋ, ਮੈਨੂੰ ਹੁਣ ਸਮਝ ਆਈ ਹੈ, ਮੈਨੂੰ ਹੁਣ ਸਮਝਾਇਆ ਗੁਰੂ ਨੇ। ਕਿਉਂਕਿ ਦੂਸਰ ਹੋਏ ਤਾਂ ਸੋਝੀ ਪਾਏ। ਇਹ ਜ਼ਰੂਰ ਚੇਤਾ ਰੱਖਣਾ, ਬੱਚੇ ਦਾ ਜਨਮ ਹੁੰਦਾ ਹੈ, ਬੱਚੇ ਨੂੰ ਨਹੀਂ ਪਤਾ, ਮਾਂ ਕਹਿਣ ਦਾ ਵੀ ਨਹੀਂ ਸੀ ਪਤਾ। ਮਾਂ ਕਹਿਣਾ ਹੈ, ਮੌਮ ਕਹਿਣਾ ਹੈ, ਝਾਈ ਕਹਿਣਾ ਹੈ, ਬੀਬੀ ਕਹਿਣਾ ਹੈ, ਨਹੀਂ ਪਤਾ। ਮੇਰੇ ਵੱਡੇ ਭਰਾ ਦੇ ਬੱਚੇ ਉਹ ਸਾਨੂੰ ਚਾਚਾ ਕਹਿੰਦੇ ਕਹਿੰਦੇ ਆਪਣੇ ਪਿਓ ਨੂੰ ਵੀ ਚਾਚਾ ਹੀ ਕਹਿੰਦੇ ਸੀ। ਬਾਅਦ ਵਿੱਚ ਪਤਾ ਲੱਗਾ ਵੀ ਨਹੀਂ, ਪਿਓ ਨੂੰ ਪਾਪਾ ਕਹੀਦਾ ਹੈ। ਦੂਸਰ ਹੋਏ ਤਾਂ ਸੋਝੀ ਪਾਏ। ਅੱਜ ਦੁੱਖ ਇਸ ਗੱਲ ਦਾ ਵੀ ਹੈ, ਹਰ ਬੰਦਾ ਕਹਿੰਦਾ ਜੀ ਮੈਨੂੰ ਗੁਰੂ ਦੀ ਕੀ ਲੋੜ ਹੈ। ਜੇ ਤੈਨੂੰ ਗੁਰੂ ਦੀ ਲੋੜ ਨਹੀਂ ਤੇ ਤੈਨੂੰ ਸਮਝਾਏਗਾ ਕੌਣ? ਰੱਬ ਦੀਆਂ ਗੱਲਾਂ ਗੁਰੂ ਤੋਂ ਬਿਨਾ ਕੋਈ ਨਹੀਂ ਸਮਝਾਏਗਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਇਹ ਚੇਤਾ ਰੱਖਣਾ, ਗੁਰੂ ਮਿੱਤਰ ਮਿਲੇਗਾ ਤੇ ਸਮਝ ਆਏਗੀ। ਕਹੋ ਕਬੀਰ ਜਨ ਜਾਣਿਆ। ਹਾਂਜੀ, ਜੋ ਜਾਣਿਆ ਤਉ ਮਨ ਮਾਨਿਆ। ਤੇ ਜਦੋਂ ਜਾਣ ਲਿਆ, ਜਾਣਨ ਤੋਂ ਅਰਥ ਕੀ ਹੈ? ਸਾਂਝ ਪਾ ਲੈਣੀ। ਜਾਣਨ ਦਾ ਅਰਥ ਇਹ ਨਹੀਂ ਸਿਰਫ ਵੀ ਮੈਨੂੰ ਪਤਾ ਹੈ ਜੀ ਇਹ ਤਾਂ ਅਮਕਾ ਆਦਮੀ ਹੈ। ਨਹੀਂ, ਉਸ ਤੋਂ ਅੱਗੇ ਕੀ ਪਤਾ ਹੈ? ਉਹਦੀ ਜਾਣਕਾਰੀ ਹੋਣਾ, ਉਹਦੇ ਨਾਲ ਜਾਣ ਪਛਾਣ ਹੋਣਾ। ਜਦੋਂ ਤੁਹਾਡੀ ਰੱਬ ਨਾਲ ਜਾਣ ਪਛਾਣ ਹੋ ਜਾਏਗੀ ਤਾਂ ਫਿਰ ਇਹ ਜ਼ਰੂਰ ਚੇਤਾ ਰੱਖਣਾ, ਤਉ ਮਨ ਮਾਨਿਆ। ਫਿਰ ਤੁਹਾਨੂੰ ਇੱਕ ਆਦਤ ਵੀ ਪੈ ਜਾਏਗੀ। ਇੱਕ ਆਦਤ ਹੁੰਦੀ ਹੈ ਇਕੱਲੇ ਰਹਿਣ ਦੀ, ਨਾਲ ਰਹਿਣ ਦੀ, ਪਰਿਵਾਰ ਵਿੱਚ ਰਹਿਣ ਦੀ, ਸੌਣ ਲੱਗਿਆਂ ਕੁਝ ਖਾਣ ਦੀ, ਸਵੇਰੇ ਉੱਠ ਕੇ ਕੁਝ ਪੀਣ ਦੀ। ਇੱਕ ਆਦਤ ਹੁੰਦੀ ਹੈ। ਆਪਾਂ ਕਹਿ ਨਹੀਂ ਦਿੰਦੇ ਮੈਨੂੰ ਆਦਤ ਜੀ ਪੈ ਗਈ ਹੈ। ਤੇ ਜਦੋਂ ਘਰ ਵਿੱਚ ਇਕੱਲੇ ਰਹਿਣਾ ਪੈ ਜਾਏ ਤੇ ਬੜਾ ਹੀ ਔਖਾ ਲੱਗਦਾ ਹੈ, ਕਿਉਂਕਿ ਆਦਤ ਜੀ ਹੁੰਦੀ ਹੈ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣਾ, ਗੱਲਬਾਤ ਕਰਨੀ। ਰੱਬ ਦੇ ਨਾਲ ਵੀ ਇਸੇ ਤਰ੍ਹਾਂ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਏਗੀ ਫਿਰ ਆਦਤ ਬਣ ਜਾਏਗੀ, ਸੁਭਾਅ ਬਣ ਜਾਏਗਾ। ਫਿਰ ਅਸੀਂ ਉਹਦੇ ਤੋਂ ਬਿਨਾ ਰਹਿ ਨਹੀਂ ਸਕਾਂਗੇ। ਫਿਰ ਲੱਗੇਗਾ ਅੱਜ ਕੁਝ ਮੇਰਾ ਰਹਿ ਗਿਆ ਹੈ, ਅੱਜ ਸ਼ਾਇਦ ਮੈਨੂੰ ਕੁਝ ਮਿਲਿਆ ਨਹੀਂ, ਅੱਜ ਕੋਈ ਕਮੀ ਹੈ ਮੇਰੇ ਵਿੱਚ। ਸੱਚੇ ਪਾਤਸ਼ਾਹ ਕਿਰਪਾ ਕਰਨ, ਅਸੀਂ ਧਰਮ ਨੂੰ ਸਮਝਣ ਦਾ ਯਤਨ ਕਰੀਏ। ਧਰਮ ਵਹਿਮਾਂ ਭਰਮਾਂ ਦਾ, ਪਖੰਡਾਂ ਦਾ, ਕਰਮ ਕਾਂਡਾਂ ਦਾ ਨਾ ਧਰਮ ਨਹੀਂ ਹੈ। ਐਵੇਂ ਅੰਧ ਵਿਸ਼ਵਾਸੀ ਨਾ ਬਣੋ। ਟੂਣੇ ਟੰਮਣੇ ਕਰਨਾ ਤਾਂਤਰਿਕ ਲੋਕਾਂ ਦਾ ਕੰਮ ਹੈ। ਇਹਦਾ ਕੋਈ ਧਰਮ ਨਾਲ ਸੰਬੰਧ ਨਹੀਂ ਹੈ। ਮੌਲੀਆਂ ਬੰਨਣੀਆਂ, ਧਾਗੇ ਤਵੀਤ ਪਾਉਣੇ, ਇਹ ਤਾਂਤਰਿਕ ਲੋਕਾਂ ਦਾ ਕੰਮ ਹੈ। ਇੰਨੀ ਗੱਲ ਹੀ ਮੰਨ ਲਓ, ਆਪਣੇ ਆਪ ਤੁਹਾਨੂੰ ਸਮਝ ਆ ਜਾਏਗੀ ਵੀ ਮੈਂ ਧਰਮੀ ਹਾਂ ਕਿ ਤਾਂਤਰਿਕ ਹਾਂ। ਇਹ ਤਾਂਤਰਿਕ ਜੀਵਨ ਚੋਂ ਬਾਹਰ ਆ ਜਾਓ। ਉਹਨੇ ਕਿਸੇ ਨੇ ਮੈਨੂੰ ਕੁਝ ਕਰ ਦਿੱਤਾ ਜੀ, ਇਹ ਤਾਂਤਰਿਕ ਗੱਲਾਂ ਨੇ ਸਾਰੀਆਂ। ਧਰਮ ਦੀਆਂ ਗੱਲਾਂ ਦਾ ਸੰਬੰਧ ਹੀ ਕੋਈ ਨਹੀਂ। ਤੂੰ ਪਾਠ ਕਰ ਖਾ, ਕਿਹੜਾ ਇਦੋਂ ਵੱਡਾ ਮੰਤਰ ਜਿਹੜਾ ਤੇਰੇ ਤੇ ਕੋਈ ਪੜ੍ਹ ਦੇਗਾ? ਕੋਈ ਹੈ ਹੀ ਨਹੀਂ ਦੁਨੀਆ ਦਾ ਮੰਤਰ ਜਿਹੜਾ ਤੁਹਾਡੇ ਤੇ ਅਸਰ ਕਰੇਗਾ। ਗੁਰੂ ਦੀ ਬਾਣੀ ਤੋਂ ਵੱਡੀ ਵੀ ਬਾਣੀ ਹੈ ਕਿਸੇ ਕੋਲੇ? ਗੁਰੂ ਦੇ ਘਰ ਤੋਂ ਵੱਡਾ ਵੀ ਘਰ ਹੈ ਕਿਸੇ ਦਾ? ਤੂੰ ਇੱਥੇ ਆ ਜਾ ਖਾ, ਫਿਰ ਵੇਖਾਂਗੇ ਵੀ ਕਿਹੜਾ ਜਿਹੜਾ ਇਸ ਘਰ ਤੇ ਵੀ ਆ ਕੇ ਤੈਨੂੰ ਪਕੜ ਲਵੇਗਾ। ਨਹੀਂ, ਇਸ ਘਰ 'ਚੋਂ ਤੁਹਾਨੂੰ ਕੋਈ ਨਹੀਂ ਪਕੜੇਗਾ। ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਧਰੇਗਾ ਫਿਰ ਕੋਈ ਤੁਹਾਡੀ ਹਵਾ ਵੱਲ ਵੀ ਨਹੀਂ ਵੇਖੇਗਾ। ਫਿਰ ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ। ਕਰੀ ਜਾਣ ਜੋ ਵਿਰੋਧੀ ਕਰਦੇ ਨੇ, ਉਹ ਕਰੀ ਜਾਣ, ਦੁਸ਼ਮਣ ਕਰਨ, ਪਰ ਤੂੰ ਸੇਫ ਰਹੇਗਾ। ਤੇਰੇ ਆਲੇ ਦੁਆਲੇ ਗੁਰੂ ਹੋਵੇਗਾ, ਗੁਰੂ ਦਾ ਤੇਰੇ ਸਿਰ ਤੇ ਹੱਥ ਹੋਵੇਗਾ, ਗੁਰੂ ਤੇਰੀ ਰਾਖੀ ਕਰੇਗਾ। ਤੂੰ ਕਿਹਾ ਕਰ, ਗੁਰ ਪੂਰੇ ਮੇਰੀ ਰਾਖ ਲਈ। ਇੰਨੇ ਸ਼ਬਦ ਪ੍ਰਵਾਨ ਕਰਨਾ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ। ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ, ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ। ਆਪ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧ ਦਾ ਧੰਨਵਾਦ। ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ,
ਹੈਡ ਗ੍ਰੰਥੀ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੀ ਸੇਵਾ ਆਪ ਲੈਣ ਸੇਵਕ ਕੋਲੋਂ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ 2 ਅੰਤਲੀਆਂ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ। ਹਾਂਜੀ। ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਊਬਾ ਕਰਿਆ। ਕਹੋ ਕਬੀਰ ਜਨ ਜਾਣਿਆ, ਜੋ ਜਾਣਿਆ ਤੋ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।